ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ MP ਸਿੰਘ, ਵਾਇਸ ਆਫ ਇੰਡੀਆ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਕਲਮਾਂ ਦੇ ਕਾਫਲੇ। ਇਸ ਪ੍ਰੋਗਰਾਮ ਵਿੱਚ ਅਸੀਂ ਹਰ ਵੇਰ ਸਾਹਿਤਕਾਰਾਂ, ਕਲਾਕਾਰਾਂ ਅਤੇ ਕਲਮਕਾਰਾਂ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਹਾਂ ਅਤੇ ਉਹਨਾਂ ਨਾਲ ਖੁੱਲ੍ਹੀਆਂ ਗੱਲਾਂ ਕਰਦੇ ਹਾਂ, ਜਿਸ ਵਿੱਚ ਉਹਨਾਂ ਦੀਆਂ ਕਿਰਤਾਂ ਉੱਪਰ ਚਰਚਾ ਹੁੰਦੀ ਹੈ। ਅਸੀਂ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ। ਅੱਜ ਸਾਡੇ ਮਹਿਮਾਨ ਨੇ ਲੋਕ ਪੱਖੀ ਸਾਹਿਤ ਨੂੰ ਕੈਨੇਡਾ ਦੇ ਘਰ ਘਰ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣ ਵਾਲੇ ਸਾਡੇ ਸਨਮਾਨਯੋਗ ਮਾਸਟਰ ਭਜਨ ਸਿੰਘ ਜੀ। ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਮਾਸਟਰ ਭਜਨ ਸਿੰਘ ਹੋਰਾਂ ਨੂੰ ਵਾਇਸ ਆਫ ਇੰਡੀਆ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ। MP ਸਿੰਘ ਵੱਲੋਂ ਪ੍ਰੋਗਰਾਮ ਕਲਮਾਂ ਦੇ ਕਾਫਲੇ 'ਚ ਤੁਹਾਡਾ ਸਵਾਗਤ ਹੈ ਜੀ। ਮਾਸਟਰ ਜੀ, ਮਾਸਟਰ ਭਜਨ ਸਿੰਘ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ। ਬਹੁਤ ਮਿਹਰਬਾਨੀ ਜੀ MP ਸਿੰਘ ਜੀ। ਕਲਮਾਂ ਦੇ ਕਾਫਲੇ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਤੇ ਸਤਿਕਾਰ। ਗੱਲ ਸ਼ੁਰੂ ਕਰਾਂਗੇ ਜੀ ਮਾਸਟਰ ਭਜਨ ਸਿੰਘ ਜੀ, ਤੁਹਾਡੇ ਨਾਂ ਨਾਲ ਮਾਸਟਰ ਕਿਵੇਂ ਜੁੜਿਆ? ਹਾਂਜੀ ਬਾਈ ਜੀ, ਮੈਂ ਕਿੱਤੇ ਦੇ ਤੌਰ ਤੇ ਪੰਜਾਬ ਦੇ ਵਿੱਚ ਡਰਾਇੰਗ ਟੀਚਰ ਸੀ। ਅੱਛਾ ਜੀ। ਤੇ ਮੈਂ ਅਧਿਆਪਕ ਰਿਟਾਇਰ ਹੋ ਕੇ ਕੈਨੇਡਾ ਦੀ ਧਰਤੀ ਤੇ ਆਇਆ, ਇਸ ਕਰਕੇ ਮੇਰਾ ਨਾਮ ਮਾਸਟਰ ਭਜਨ ਪਿਆ ਹੋਇਆ। ਕਿਹੜੇ ਸਾਲ ਆਏ ਜੀ ਕੈਨੇਡਾ ਵਿੱਚ? ਹਾਂ, ਕੈਨੇਡਾ 'ਚ ਜੀ ਅਸੀਂ 2009 'ਚ ਮੈਂ ਰਿਟਾਇਰਮੈਂਟ ਤੋਂ ਬਾਅਦ ਆਇਆ ਹੈਗਾ। ਅੱਛਾ, ਠੀਕ ਹੈ ਜੀ। ਤੁਹਾਡਾ ਸਾਹਿਤ ਨਾਲ ਜਿਹੜਾ ਲਗਾਵ ਆ, ਮੇਰਾ ਜੀ ਤਾਂ ਨਹੀਂ ਕਰਦਾ, ਗੁਸਤਾਖੀ ਹੋਊਗੀ ਕਿ ਮੈਂ ਪੁੱਛਾਂ ਕਿ ਕਿਵੇਂ ਪਿਆ, ਕਿਉਂਕਿ ਜਦੋਂ ਵੀ ਪੰਜਾਬੀ ਸਾਹਿਤ ਦੀ ਗੱਲ ਹੁੰਦੀ ਆ ਕੈਨੇਡਾ ਦੇ ਵਿੱਚ ਤੇ ਮਾਸਟਰ ਭਜਨ ਹੋਰਾਂ ਦਾ ਨਾਂ ਸਭ ਤੋਂ ਮੋਹਰੇ ਆ ਜਾਂਦਾ। ਤੁਸੀਂ ਸਾਹਿਤ ਦੇ ਨਾਲ ਕਿਵੇਂ ਜੁੜੇ ਹੋ? ਪਿਛਲੇ ਆਪਣੇ ਜੋਬ ਦੇ ਦੌਰਾਨ ਜਾਂ ਆਪਣੇ ਵਿਦਿਆਰਥੀ ਜੀਵਨ ਵਿੱਚ ਜਾਂ ਇੱਥੇ ਆ ਕੇ ਇਹ ਸ਼ੁਰੂ ਕੀਤਾ ਕੰਮ, ਕਿਵੇਂ ਦੀ ਗੱਲ ਹੈ? ਹਾਂਜੀ, ਮੈਂ 1977 ਤੋਂ ਅਧਿਆਪਕ ਕਿੱਤਾ ਜੁਆਇਨ ਕੀਤਾ ਸੀ। ਅੱਛਾ ਜੀ। ਤੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵਿੱਚ ਇੱਕ ਮੈਂਬਰ ਦੇ ਤੌਰ ਤੇ ਮਤਲਬ ਕੰਮ ਕਰਨਾ ਸ਼ੁਰੂ ਕੀਤਾ। ਤੇ ਜਦੋਂ ਟ੍ਰੇਡ ਯੂਨੀਅਨਾਂ ਦੇ ਵਿੱਚ ਸੰਘਰਸ਼ ਚੱਲਦੇ ਸੀ, ਉਹਦੇ ਵਿੱਚ ਸਰਗਰਮੀ ਨਾਲ ਕੰਮ ਕਰਨ ਲੱਗ ਗਏ 1977 ਤੋਂ ਲੈ ਕੇ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੇ ਸਾਨੂੰ ਲੇਖਕ ਸਾਹਿਤਕਾਰ ਵਧੀਆ ਮਿਲਦੇ ਸੀ ਤੇ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਲੱਗ ਗਏ। ਤੇ ਉਹ ਸਾਹਿਤ ਜਿਹੜਾ ਸਾਰੂ ਲੋਕ ਪੱਖੀ ਸਾਹਿਤ ਆ, ਹਾਂਜੀ, ਉਹ ਸਾਨੂੰ ਲੱਗਿਆ ਮੇਰੇ ਵਰਗੇ ਜਾਣੀ ਕਰਿੰਦਿਆਂ ਨੂੰ ਕਿ ਜੇ ਟ੍ਰੇਡ ਯੂਨੀਅਨਾਂ ਦੇ ਵਿੱਚ ਸੰਘਰਸ਼ ਕਰਨੇ ਨੇ, ਹਾਂਜੀ, ਜਾਂ ਸਮਾਜ ਨੂੰ ਸਹੀ ਦਿਸ਼ਾ 'ਚ ਸਮਝਣਾ, ਹਾਂਜੀ, ਤਾਂ ਸਾਹਿਤ ਤੇ ਕਲਮਾਂ ਦਾ ਬਹੁਤ ਵੱਡਾ ਰੋਲ ਆ ਸਮਾਜ ਦੀਆਂ ਤਬਦੀਲੀਆਂ 'ਚ। ਇਸ ਕਰਕੇ ਸਾਹਿਤ ਪੜ੍ਹਨਾ ਸ਼ੁਰੂ ਕਰਤਾ। ਭਾਵੇਂ ਮੈਂ ਉੱਥੇ ਸਾਰੀ ਉਮਰ ਰਿਟਾਇਰਮੈਂਟ ਤੱਕ ਇੱਕ ਟ੍ਰੇਡ ਯੂਨੀਅਨਿਸਟ ਐਕਟਿਵਿਸਟ ਦੇ ਤੌਰ ਤੇ ਡੈਮੋਕ੍ਰੈਟਿਕ ਟੀਚਰ ਫਰੰਟ ਦਾ ਮੈਂ ਡਿਸਟ੍ਰਿਕਟ ਲੁਧਿਆਣੇ ਦਾ ਪ੍ਰੈਜ਼ੀਡੈਂਟ ਸੀ। ਠੀਕ ਹੈ ਜੀ। ਹਾਂ, ਰਿਟਾਇਰਮੈਂਟ ਤੱਕ ਮੈਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੇ, ਡੈਮੋਕ੍ਰੈਟਿਕ ਜਥੇਬੰਦੀਆਂ, ਉਹਨਾਂ ਦੇ ਵਿੱਚ ਕੰਮ ਕਰਦਾ ਸੀ। ਤੇ ਸਾਹਿਤ ਦੇ ਨਾਲ ਜਿਹੜਾ ਨਿੱਘ ਤੇ ਪਿਆਰ ਆ ਉਹ ਦਿਨੋਂ ਦਿਨ ਜਿਹੜਾ ਵੱਧਦਾ ਰਿਹਾ। ਬਹੁਤ ਵਧੀਆ ਗੱਲ ਹੈ। ਪੰਜਾਬ ਦੇ ਵਿੱਚ ਅੱਜ ਇਹ ਗੱਲ ਉਲਾਂਭੇ ਦੇ ਤੌਰ ਤੇ ਮਹਿਸੂਸ ਕੀਤੀ ਜਾਂਦੀ ਆ, ਕਹੀ ਜਾਂਦੀ ਆ ਕਿ ਲੋਕ ਕਿਤਾਬਾਂ ਨਹੀਂ ਪੜ੍ਹਦੇ, ਲੋਕ ਸਾਹਿਤ ਨਹੀਂ ਪੜ੍ਹਦੇ। ਜਿਉਂ ਟੈਕਨੋਲੋਜੀ ਐਡਵਾਂਸ ਹੋਈ ਆ, ਤਿਉਂ ਲੋਕ ਜਿਹੜੇ ਆ ਉਹ ਸਾਹਿਤ ਤੋਂ ਦੂਰ ਹੋ ਗਏ। ਲੋਕ ਪੱਖੀ ਸਾਹਿਤ ਦੀ ਤਾਂ ਗੱਲ ਹੀ ਬਹੁਤ ਦੂਰ ਰਹਿ ਗਈ। ਪਰ ਤੁਸੀਂ ਜਿਹੜਾ ਇਹ ਇੱਥੇ ਇੱਕ ਥੜਾ ਬੰਨ੍ਹ ਦਿੱਤਾ ਕੈਨੇਡਾ ਵਿੱਚ ਆ ਕੇ, ਕੈਲਗਰੀ ਦੇ ਵਿੱਚ ਤੁਸੀਂ ਆਏ, ਉੱਥੇ ਇੱਕ ਇਹੋ ਜਿਹਾ ਮੁਹਿੰਮ ਬਣਾ ਦਿੱਤੀ। ਅੱਜ ਪੂਰੇ ਕੈਨੇਡਾ ਵਿੱਚ ਜੇ ਕਿਤਾਬਾਂ ਦੀ ਗੱਲ ਹੁੰਦੀ ਹੈ ਤੇ ਮਾਸਟਰ ਭਜਨ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ। ਇਹ ਜੁਗਾੜ ਤੁਸੀਂ ਕਿੱਥੋਂ ਸੈੱਟ ਕੀਤਾ? ਇਹ ਦੇਖੋ ਜੀ MP ਸਿੰਘ ਜੀ, ਜਦੋਂ ਮੈਂ ਰਿਟਾਇਰਮੈਂਟ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਆਇਆ, ਹਾਂਜੀ, ਹਾਂ, ਬੱਚਿਆਂ ਕਰਕੇ ਮਤਲਬ ਸਾਨੂੰ ਵੀ ਪਰਿਵਾਰ ਕਰਕੇ ਆਉਣਾ ਪਿਆ। ਭਾਵੇਂ ਮਨ 'ਚ ਤਮੰਨਾ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਵਿਹਲੇ ਹੋ ਕੇ ਜਿਹੜੀ ਜਮਹੂਰੀ ਜਨਤਕ ਇਨਕਲਾਬੀ ਲਹਿਰ ਆ, ਹਾਂਜੀ, ਉਹਦੇ ਵਿੱਚ ਯੋਗਦਾਨ ਪਾਵਾਂਗੇ, ਕੰਮ ਕਰਾਂਗੇ। ਤੇ ਆਉਣਾ ਪੈ ਗਿਆ ਕੈਨੇਡਾ ਦੇ ਵਿੱਚ। ਤੇ ਇੱਥੇ ਵੀ ਮੈਂ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਜਥੇਬੰਦੀ ਨਾਲ ਜੁੜ ਗਿਆ। ਤੇ ਜਿਹੜੇ ਸਾਡੇ ਬਾਨੀ ਪ੍ਰਧਾਨ ਅੱਜ
ਉਹ ਸੰਸਾਰ ਵਿੱਚ ਨਹੀਂ ਰਹੇ, ਉਹਨਾਂ ਦੀ ਇੱਕ ਤਮੰਨਾ ਸੀ ਕਿ ਅਸੀਂ ਕੈਲਗਰੀ ਦੇ ਵਿੱਚ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜਾਂ ਬੁੱਕ ਸੈਂਟਰ ਖੋਲੀਏ ਕਿ ਅਸੀਂ ਸਾਰੂ ਲਿਟਰੇਚਰ ਆ ਜਿਹੜਾ ਉਹ ਲੋਕਾਂ ਨੂੰ ਮੁਹੱਈਆ ਕਰੀਏ। ਬਹੁਤ ਖੂਬ। ਭਾਵੇਂ ਸਾਡਾ ਮੁੱਖ ਕੰਮ ਮੀਟਿੰਗਾਂ, ਸੈਮੀਨਾਰ ਤੇ ਇੱਥੇ ਰੋਸ ਪ੍ਰਦਰਸ਼ਨ ਕਰਨੇ, ਨਾਟਕ ਕਰਨੇ, ਇਸ ਤਰ੍ਹਾਂ ਦਾ ਸਾਡਾ ਜਿਹੜਾ ਕੰਮ ਖੇਤਰ ਸੀ, ਪਰੰਤੂ ਜਦੋਂ ਅਸੀਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਸ਼ੁਰੂ ਕੀਤਾ ਤਾਂ ਮਾਨ ਸਾਹਿਬ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੇ ਵਿੱਚ ਯੋਗਤਾ ਹੈ, ਕਪੈਸਿਟੀ ਹੈ, ਤੂੰ ਇੰਟਰਸਟ ਲੈਣਾ, ਤੂੰ ਇਹ ਸੈਂਟਰ ਦਾ ਸੰਚਾਲਕ ਬਣ, ਤੂੰ ਚਲਾ। ਤੇ ਮੈਂ 8-9 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦੇ ਨਾਂ ਤੇ ਕੈਲਗਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਖੂਬ। ਕਿ ਤੁਸੀਂ ਕੱਲੇ ਹੈਗੇ ਹੋ ਕਿ ਨਾਲ ਤੁਹਾਡੀ ਟੀਮ ਹੈ ਬਕਾਇਦਾ? ਦੇਖੋ ਜੀ, ਭਾਵੇਂ ਮੈਂ ਸੰਚਾਲਕ ਦੇ ਤੌਰ ਤੇ ਮੇਨ ਕੰਮ ਮੈਂ ਇਹਦਾ ਕਰਦਾ ਆਗੂ ਦੇ ਤੌਰ ਤੇ, ਪਰ ਇਹਦੇ ਨਾਲ ਸਾਡੀ ਆਰਗੇਨਾਈਜੇਸ਼ਨ ਇੱਥੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਮੁੱਖ ਸੰਪਾਦਕ ਨੇ ਹਰਚਰਨ ਪ੍ਰਹਾਰ ਜੀ। ਅੱਛਾ ਜੀ। ਹਰੀਪਾਲ ਜੀ ਨੇ, ਲਿਖਾਰੀ ਸਭਾ ਦੇ ਲੇਖਕ ਨੇ, ਬਹੁਤ ਪ੍ਰੋਗਰੈਸਿਵ ਲੇਖਕ ਨੇ, ਤੇ ਉਹ ਸਾਰਿਆਂ ਨੇ ਮੈਨੂੰ ਪੂਰਾ ਕੋਆਪਰੇਸ਼ਨ ਦਿੱਤੀ। ਮੇਰੇ ਪਰਿਵਾਰ ਵੱਲੋਂ, ਹੋਰ ਸਾਥੀਆਂ ਵੱਲੋਂ ਇਹਦੇ 'ਚ ਪੂਰਾ ਯੋਗਦਾਨ ਪਾਇਆ ਗਿਆ। ਤਾਂ ਜਿਹੜਾ ਅਸੀਂ ਥੋੜੇ ਕੰਮ ਤੋਂ 9 ਸਾਲ 10 ਸਾਲ ਪਹਿਲਾਂ ਜਦੋਂ ਅਸੀਂ ਥੋੜੀਆਂ ਤਰਕਸ਼ੀਲ ਇਨਕਲਾਬੀ ਭਗਤ ਸਿੰਘ ਹੋਣਾ ਦਾ ਥੋੜਾ ਜਿਹਾ ਲਿਟਰੇਚਰ ਤੋਂ ਮੈਂ ਸ਼ੁਰੂਆਤ ਕੀਤੀ ਸੀ, ਤੇ ਅੱਜ ਜਿਹੜਾ ਸਾਡਾ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਆ ਉਹਦੇ ਵਿੱਚ ਇਨਕਲਾਬੀ, ਤਰਕਸ਼ੀਲ ਤੋਂ ਬਿਨਾਂ ਸਾਹਿਤਕ, ਇਤਿਹਾਸਕ ਹਰ ਕਿਸਮ ਦੀਆਂ ਕਿਤਾਬਾਂ ਪੰਜਾਬ ਦੇ, ਚਾਹੇ ਜਿਹੜੇ ਵੱਡੇ ਵੱਡੇ ਰਾਈਟਰ ਨੇ ਜਾਂ ਵਿਦੇਸ਼ਾਂ ਤੋਂ ਜਿਹੜੇ ਸਾਡੇ ਰਾਈਟਰ ਨੇ, ਉਹਨਾਂ ਦੀਆਂ ਅਨੁਵਾਦਕ ਪੁਸਤਕਾਂ ਨੇ ਜਿਹੜੀਆਂ, ਉਹ ਮੈਂ ਸਾਰੀਆਂ ਰੱਖਦਾ। ਤੇ ਅੱਜ ਜਿਹੜਾ ਸਾਡਾ ਪਾਠਕਾਂ ਦਾ ਘੇਰਾ ਉਹ ਕੈਲਗਰੀ ਤੋਂ ਬਾਹਰ ਸਾਰੇ ਸ਼ਹਿਰਾਂ 'ਚ, ਵਿਨੀਪੈਗ ਤੱਕ, ਵੈਨਕੂਵਰ ਤੱਕ, ਟੋਰਾਂਟੋ ਤੱਕ, ਐਡਮਿੰਟਨ, ਸਾਰੇ ਸ਼ਹਿਰਾਂ ਤੱਕ ਉਹ ਜਿਹੜਾ ਸਾਡਾ ਘੇਰਾ ਉਹ ਵੱਧ ਗਿਆ। ਤੁਸੀਂ ਹਰ ਸ਼ਹਿਰ ਦੇ ਵਿੱਚ ਆਪਣੀ ਸੰਸਥਾ ਦੀ ਕੋਈ ਕਮੇਟੀ ਸਥਾਪਿਤ ਕੀਤੀ ਹੋਈ ਹੈ ਜਾਂ ਫਿਰ ਲੋਕਾਂ ਨਾਲ ਕਿਵੇਂ ਸੰਪਰਕ ਕਰਦੇ ਹੋ? ਮੈਂ 1-2 ਥਾਵਾਂ ਤੇ ਜਦੋਂ ਵੀ ਵਿਨੀਪੈਗ ਦੇ ਵਿੱਚ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਜਾਂ ਉਂਝ ਕਿਤੇ ਲੋਕਾਂ ਦਾ ਵੱਡਾ ਇਕੱਠ ਹੁੰਦਾ ਸੀ, ਤੇ ਮੈਂ ਵੇਖਦਾ ਸੀਗਾ ਕਿ ਕੁਝ ਸੱਜਣ ਸਾਡੇ ਸ਼ਹਿਰ ਦੇ ਪੁਰਾਣੇ ਜਿਹੜੇ ਆਏ ਹੋਏ ਆ, ਉਹਨਾਂ ਨੇ ਕਿਤਾਬਾਂ ਦੇ ਸਟਾਲ ਲਾਏ ਹੁੰਦੇ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਦਾ ਸੰਬੰਧ ਤੁਹਾਡੇ ਨਾਲ ਜੁੜਿਆ ਹੋਇਆ। ਇਹ ਸਾਰਾ ਕੁਝ ਤੁਸੀਂ ਕਿਤਾਬਾਂ ਕਿੱਥੋਂ, ਇੰਡੀਆ ਤੋਂ ਮੰਗਵਾਉਂਦੇ ਹੋ ਸਾਰੀਆਂ? ਫਿਰ ਕਿਵੇਂ ਆਉਂਦੀਆਂ ਕਿਤਾਬਾਂ? ਹਾਂਜੀ, ਇਹ ਜਿਹੜੀਆਂ ਸਾਰੀਆਂ ਕਿਤਾਬਾਂ ਮੈਂ ਮੰਗਵਾਉਣਾ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣੇ ਆ, ਪੰਜਾਬੀ ਭਵਨ ਦੇ ਵਿੱਚ। ਉਹ ਮੇਰੇ ਵਾਂਗੂ ਰਿਟਾਇਰਡ ਮਾਸਟਰ ਹਰੀਸ਼ ਮੋਦਗਿੱਲ ਜੀ ਨੇ ਪਖਵਾਲ ਤੋਂ, ਉਹ ਸਾਡੇ ਨਾਲ 40 ਸਾਲ ਤੋਂ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ, ਬੜੇ ਹੀ ਇਮਾਨਦਾਰ ਸੁਹਿਰਦ ਸਾਥੀ ਨੇ। ਉਹ ਬਹੁਤ ਵੱਡੀ ਪੱਧਰ ਤੇ ਜਿਹੜਾ ਇਹ ਬੁੱਕ ਸੈਂਟਰ ਆ ਪਖਵਾਲ ਪਿੰਡ ਚੋਂ ਤੇ ਲੁਧਿਆਣੇ ਤੋਂ ਚਲਾਉਂਦੇ ਨੇ, ਤੇ ਅਸੀਂ ਸਾਡਾ ਜਿਹੜਾ ਉਹਨਾਂ ਨਾਲ ਲਿੰਕ ਆ, ਅਸੀਂ ਸਾਰੀਆਂ ਕਿਤਾਬਾਂ ਕੋਰੀਅਰ ਰਾਹੀਂ ਉਹਨਾਂ ਕੋਲੋਂ ਮੰਗਵਾਉਂਦੇ ਆ। ਜਿਹੜੀ ਤੁਸੀਂ ਗੱਲ MP ਸਿੰਘ ਜੀ ਵਿਨੀਪੈਗ ਦੀ ਕਰਦੇ ਹੋ, ਇੱਥੇ ਹਰਨੇਕ ਢਾਲੀਵਾਲ ਹੋਣੀ ਜਿਹੜੇ ਇੱਥੇ ਇਨਕਲਾਬੀ ਜਮਹੂਰੀ ਲਹਿਰ 'ਚ ਕੰਮ ਕਰਨ ਵਾਲੇ ਕਰਿੰਦੇ ਨੇ, ਉਹਨਾਂ ਨੇ ਗਦਰ ਨਹਿਰ ਵੇਲੇ ਸਾਡਾ ਨਾਟਕ ਵੀ ਕਰਾਇਆ। ਤੇ ਜਸਵੀਰ ਮੰਗੂਵਾਲ ਜਿਹੜੀ ਸਾਡੀ ਬਹੁਤ ਹੀ ਸੁਹਿਰਦ ਇਨਕਲਾਬੀ ਲੇਖਕਾ ਤੇ ਕਰਿੰਦੇ ਹੈਗੇ ਆ ਸਾਡੇ, ਤੇ ਉਹ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਸ਼ਹਿਰਾਂ 'ਚ ਮੈਂ ਜਿੰਨੀ ਡਿਮਾਂਡ ਉਹ ਕਰਦੇ ਆ ਉਹ ਕਿਤਾਬਾਂ ਭੇਜਣ ਦਾ ਯਤਨ ਕਰਦਾ। ਤੇ ਜਿਹੜੇ ਕੈਨੇਡਾ ਸਾਡੀ ਕੈਲਗਰੀ ਧਰਤੀ ਤੇ ਜਿਹੜੇ ਸਾਡੇ ਜਿਵੇਂ ਨੌਜਵਾਨ ਮੁੰਡੇ ਡਰਾਈਵਰ ਨੇ, ਉਹ ਵਿਨੀਪੈਗ ਤੋਂ, ਟੋਰਾਂਟੋ ਤੋਂ, ਵੈਨਕੂਵਰ ਤੋਂ ਟਰੱਕਾਂ ਰਾਹੀਂ ਜਦੋਂ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਮੀਡੀਏ, ਫੇਸਬੁੱਕ ਰਾਹੀਂ ਪਤਾ ਕਿ ਕੈਲਗਰੀ ਤੋਂ ਮਾਸਟਰ ਭਜਨ ਵੀ ਇਹ ਸੈਂਟਰ ਜਿਹੜੇ ਭਗਤ ਸਿੰਘ ਬੁੱਕ ਸੈਂਟਰ ਚਲਾਉਂਦੇ ਨੇ, ਉਹਨਾਂ ਕੋਲੋਂ ਕਿਤਾਬਾਂ ਮਿਲਦੀਆਂ ਨੇ। ਤੇ ਉਹ ਜਦੋਂ ਇੱਥੇ ਆਉਂਦੇ ਨੇ ਤਾਂ ਉਹ ਮੈਨੂੰ ਫੋਨ ਕਰਕੇ ਬੁੱਕਾਂ ਲੈ ਜਾਂਦੇ ਨੇ। ਤੇ ਇਸ ਤਰ੍ਹਾਂ ਜਿਹੜਾ ਲਿੰਕ ਆ, ਜੇ ਕੋਈ ਮੈਨੂੰ ਸੰਪਰਕ ਕਰਕੇ ਬੁੱਕਾਂ ਦੀ ਲਿਸਟ ਦਿੰਦਾ ਤਾਂ ਮੈਂ ਡਾਕ ਰਾਹੀਂ ਵੀ ਕਿਤਾਬਾਂ ਉਹਨਾਂ ਨੂੰ ਭੇਜ ਦਿੰਦਾ। ਬਹੁਤ ਖੂਬ। ਇੱਕ ਦੱਸਿਓ ਜੀ ਮਾਸਟਰ ਜੀ, ਆਮ ਤੌਰ ਤੇ ਜਦੋਂ ਇਹੋ ਜਿਹੇ ਕੰਮ ਵਿੱਚ ਕੋਈ ਪਹਿਲ ਕਦਮੀ ਕਰਦਾ ਤੇ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਆ ਵੀ ਮੇਰਾ ਖਰਚਾ ਪਾਣੀ ਜਿਹੜਾ ਵਾ ਉੱਪਰਲਾ ਨਿਕਲ ਚੱਲੇ। ਤੁਸੀਂ ਇਸ ਸਾਰੀ ਮੁਹਿੰਮ ਨੂੰ ਕਿਵੇਂ ਚਲਾਉਂਦੇ ਹੋ? ਨੋ ਪ੍ਰੋਫਿਟ ਨੋ ਲਾਸ ਤੇ ਆ, ਜਾਂ ਫਿਰ ਥੋੜ੍ਹਾ ਜਿਹਾ ਤੁਹਾਨੂੰ ਲੱਗਦਾ ਕਿ ਇਹ ਕਿਤਾਬ ਜਿਹੜੀ ਆ
ਜੇ ਇੰਡੀਆ ਵਿੱਚੋਂ 70-75 ਰੁਪਈਆਂ ਦੀ ਮਿਲੀ ਹੈ ਤੇ ਅੱਗੇ 100 ਦੀ ਵਿਕ ਜਾਣੀ ਚਾਹੀਦੀ ਹੈ ਤਾਂ ਕਿ ਖਰਚ ਨਿਕਲ ਜਾਵੇ? ਨਹੀਂ MP ਸਿੰਘ ਜੀ, ਜਿਹੜਾ ਮੈਂ ਕੰਮ ਕਰਦਾ, ਮੈਂ ਜਾਂ ਆਪਣੇ ਹਰੀਸ਼ ਮੋਦਗਿਲ ਜੀ ਮਾਸਟਰ ਜੀ ਵਰਗੇ ਕਰਦੇ ਨੇ, ਅਸੀਂ ਇੱਕ ਵਿਚਾਰਧਾਰਾ ਨੂੰ, ਮਿਸ਼ਨ ਨੂੰ ਲੈ ਕੇ ਚੱਲੇ ਹੋਏ ਆ। ਸਾਡਾ ਕੋਈ ਪੈਸੇ ਦੀ, ਕੋਈ ਰੋਟੀ ਦੀ, ਕੋਈ ਪਰਿਵਾਰ ਪਾਲਣ ਦੀ ਸਮੱਸਿਆ ਨਹੀਂ। ਮੈਂ ਪੰਜਾਬ ਤੋਂ ਵੀ ਪੈਨਸ਼ਨਰ ਹਾਂ ਤੇ ਮੈਨੂੰ ਹੁਣ ਇੱਥੇ ਵੀ 10 ਸਾਲ ਹੋ ਗਏ, ਮੈਨੂੰ ਪੈਨਸ਼ਨ ਲੱਗ ਗਈ। ਮੇਰੇ ਬੱਚੇ ਕਮਾਉਂਦੇ ਆ, ਮੇਰੀ ਇਹ ਜੀ ਕੋਈ ਤਮੰਨਾ ਨਹੀਂ ਹੈਗੀ। ਇਸ ਕਰਕੇ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਇਹ ਜਿਹੜਾ ਕੰਮ ਕਰਦੇ ਆ। ਪਰ ਇੱਕ ਗੱਲ ਦਾ ਫਰਕ ਪੈਂਦਾ ਵੀ ਕਈ ਵਾਰੀ ਪਾਠਕ ਇਹ ਦੇਖਦਾ ਵੀ ਇਹ ਕਿਤਾਬ 150 ਜਾਂ 200 ਦੀ ਹੈ ਤਾਂ ਬਣੇ $4। ਹਾਂਜੀ। ਵੀ ਇਹ ਕਿਤਾਬ ਦੇ ਲੈ $10। ਹਾਂਜੀ। ਤੇ ਉਹ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ। ਤੇ ਜਦੋਂ ਮੈਂ 8 ਸਾਲ ਪਹਿਲਾਂ ਕਿਤਾਬਾਂ ਮੰਗਾਉਂਦਾ ਹੁੰਦਾ ਸੀ ਕੋਰੀਅਰ ਰਾਹੀਂ, ਹਾਂਜੀ ਹਾਂਜੀ, ਤਾਂ ਲਗਭਗ ਜੇ ਵੱਧ ਕਿਤਾਬਾਂ 70-80 ਕਿਲੋ ਮੰਗਾਉਂਦੇ ਸੀ ਤਾਂ 300-350 ਨੂੰ, 350 ਨੂੰ, $350 ਰੁਪਏ ਨੂੰ ਕਿਲੋ ਕਿਤਾਬਾਂ ਦਾ ਕੋਰੀਅਰ ਦਾ ਖਰਚ ਸੀਗਾ। ਹਾਂਜੀ। ਤੇ ਖਾਸ ਕਰਕੇ ਉਹ ਰੇਟ ਵਧੀ ਗਿਆ ਤੇ ਹੁਣ 1.5-2 ਸਾਲ ਤੋਂ ਕੋਵਿਡ ਕਾਰਨ ਉਹ ਜਿਹੜਾ ਕਿਤਾਬਾਂ ਦਾ ਰੇਟ ਆ ਉਹ 800-850 ਰੁਪਇਆ ਕਿਲੋ ਦਾ, ਤੇ ਉਹਦੇ ਤੇ ਗਾਹਾਂ GST ਲੱਗਦੀ ਆ। ਤੇ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਜਿੰਨਾ ਖਰਚਾ ਲਾਗਤ ਕੀਮਤ ਤੇ ਪੈਂਦਾ ਉਹ ਕਿਤਾਬਾਂ ਲੋਕਾਂ ਨੂੰ ਮੁਹੱਈਆ ਕਰਦੇ ਆ। ਸਾਡਾ ਜਿਹੜਾ ਮਿਸ਼ਨ ਆ ਉਹ ਸ਼ਹੀਦ ਆਜਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ, ਗਦਰੀ ਬਾਬਿਆਂ ਦੀ ਵਿਚਾਰਧਾਰਾ ਨੂੰ, ਬੱਬਰ ਅਕਾਲੀਆਂ ਦੀ ਵਿਚਾਰਧਾਰਾ ਨੂੰ ਲੈ ਕੇ ਇੱਕ ਉਸਾਰੂ ਜਿਹੜਾ ਸਮਾਜ ਆ ਉਹ ਸਿਰਜਣ ਦੀ ਭਾਵਨਾ ਲੈ ਕੇ ਚੱਲੇ ਆ ਕਿ ਲੋਕ ਆ ਜਿਹੜਾ ਉਹ ਉਸਾਰੂ ਲਿਟਰੇਚਰ ਪੜ੍ਹਨ, ਉਹਨਾਂ ਦਾ ਬੌਧਿਕ, ਸਿਆਸੀ, ਸਮਾਜਿਕ, ਰਾਜਨੀਤਿਕ ਪੱਧਰ ਉੱਚਾ ਹੋਵੇ, ਉਹ ਸਮਾਜ ਨੂੰ ਬਿਹਤਰ ਭਗਤ ਸਿੰਘ ਦੇ ਸੁਪਨੇ ਵਾਲਾ ਸਮਾਜ ਬਣਾਉਣ ਲਈ ਕੰਮ ਕਰਨ, ਯੋਗਦਾਨ ਪਾਉਣ। ਇਹ ਸਾਡਾ ਬੇਸਿਕ ਮਿਸ਼ਨ। ਇਸ ਕਰਕੇ ਅਸੀਂ ਕਿਤਾਬਾਂ ਕਿਸੇ ਮੁਨਾਫੇ ਲਈ ਜਾਂ ਉਹਦੇ ਲਈ ਕੰਮ ਨਹੀਂ ਕਰਦੇ। ਬਹੁਤ ਖੂਬ ਜੀ। ਇਹ ਕਿੰਨਾ ਕੁ ਰਿਸਪੌਂਸ ਮਿਲਿਆ ਜੀ ਤੁਹਾਨੂੰ ਲੋਕਾਂ ਵੱਲੋਂ ਫਿਰ? ਹਾਂ, ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ 8-9 ਸਾਲ ਪਹਿਲਾਂ ਸ਼ੁਰੂ ਕੀਤਾ, ਹਾਂਜੀ, ਛੋਟੇ ਪੱਧਰ ਤੋਂ, ਤਾਂ ਮੈਂ ਜਿਹੜੀਆਂ ਇੱਥੇ ਸਾਹਿਤ ਸਭਾਵਾਂ, ਲਿਖਾਰੀ ਸਭਾਵਾਂ ਜਾਂ ਕੋਈ ਪੰਜਾਬੀਆਂ ਦੇ ਛੋਟੇ ਮੋਟੇ ਕੋਈ ਫੰਕਸ਼ਨ ਹੁੰਦੇ ਸੀਗੇ ਸਾਹਿਤਕ, ਸੱਭਿਆਚਾਰਕ, ਉਹਨਾਂ ਤੇ ਇੱਕ ਅੱਧਾ ਟੇਬਲ ਲਾ ਕੇ ਮੈਂ ਸ਼ੁਰੂਆਤ ਕੀਤੀ ਸੀ। ਠੀਕ ਹੈ। ਤੇ ਸ਼ੁਰੂ ਦੇ ਵਿੱਚ ਜਿਹੜਾ ਰਿਸਪੌਂਸ ਆ ਉਹ ਘੱਟ ਸੀਗਾ। ਅੱਛਾ ਜੀ। ਕਿਉਂਕਿ ਮੇਰੇ ਵਿੱਚ ਇੱਕ ਵਿਚਾਰਧਾਰਾ ਸੀ, ਮਿਸ਼ਨਰੀ ਸਪਿਰਿਟ ਸੀ, ਮੈਂ ਦ੍ਰਿੜ ਇਰਾਦੇ ਨਾਲ ਕੰਮ ਕਰਦਾ ਸੀ ਤੇ ਉਹ ਮੇਰੇ ਮਨ 'ਚ ਕੋਈ ਇਸ ਪੱਖੋਂ ਨਿਰਾਸ਼ਤਾ ਨਹੀਂ ਹੁੰਦੀ ਸੀ। ਮੈਨੂੰ ਇਹ ਪਤਾ ਸੀ ਕਿ ਪੰਜਾਬ 'ਚ ਜਿਹੜੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਆ, ਇਹ ਭਗਤ ਸਿੰਘ ਨੇ ਵੀ ਇਹ ਕਿਹਾ ਸੀ ਕਿ ਪੰਜਾਬ ਦੇ ਵਿੱਚ ਆ ਜਿਹੜੀ ਬੌਧਿਕ ਕੰਗਾਲੀ ਆ, ਸਾਡੇ 'ਚ ਪੜ੍ਹਨ ਦਾ ਜਿਹੜਾ ਕਲਚਰ ਆ ਉਹ ਬਹੁਤ ਘੱਟ ਆ ਬੰਗਾਲ ਵਰਗੇ, ਕੇਰਲ ਵਰਗੀਆਂ ਸਟੇਟਾਂ ਦੇ ਮੁਕਾਬਲੇ। ਪਰ ਮੈਂ ਉਹ ਸਾਰੇ ਨੂੰ ਲੈ ਕੇ ਦ੍ਰਿੜਤਾ ਨਾਲ ਕੰਮ ਕਰਦਾ ਰਿਹਾ। ਤੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਆਪਣੇ ਸਰੋਤਿਆਂ ਨੂੰ ਕਿ ਮੈਂ ਉਹ 2-4 ਸਾਲ ਤਜਰਬਾ ਕਰਕੇ ਉਸ ਤੋਂ ਬਾਅਦ ਮੈਨੂੰ ਹਰਚਰਨ ਪ੍ਰਹਾਰ, ਸਿੱਖ ਵਿਰਸਾ, ਹਰੀਪਾਲ ਹੋਣਾ ਨੇ ਦੱਸਿਆ ਕਿ ਆਪਾਂ ਜਿੱਥੇ ਪੰਜਾਬੀਆਂ ਦੀ ਖੁੱਲੀ ਮਾਰਕੀਟ ਆ ਉੱਥੇ 1-2 ਦਿਨ ਦੇ ਮੇਲੇ ਲਾਇਆ ਕਰੀਏ। ਠੀਕ ਹੈ ਜੀ। ਤਾਂ ਹੁਣ ਮੈਂ 4-5 ਸਾਲ ਤੋਂ ਗਰਮੀਆਂ ਦੇ ਸੀਜ਼ਨ 'ਚ, ਹੁਣ ਕੈਲਗਰੀ 'ਚ ਤੁਹਾਨੂੰ ਪਤਾ ਕਿ ਸਿਆਲ 'ਚ ਬਹੁਤ ਸਨੋ ਪੈ ਜਾਂਦੀ ਆ, ਹਾਂਜੀ, ਤੇ ਗਰਮੀਆਂ 'ਚ ਮੈਂ ਲਗਭਗ 3 ਮੇਲੇ ਲਾਉਣਾ, 2-2 ਪੂਰੇ ਦਿਨ ਦੇ, ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ। ਠੀਕ ਹੈ ਜੀ। ਉਹ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਹਰ ਪੱਖੋਂ ਸੁਨੇਹੇ ਦੇ ਕੇ, ਤੇ ਇੱਥੇ ਰੈਡ FM ਵਰਗੇ ਮਾਧਿਅਮ ਨੇ ਉਹਨਾਂ ਰਾਹੀਂ ਸੁਨੇਹਾ ਦੇ ਕੇ, ਤੇ ਉਹ ਜਿਹੜੇ ਆਮ ਪਾਠਕ ਜਿਹੜੇ ਸਾਹਿਤ ਸਭਾਵਾਂ, ਲਿਖਾਰੀ ਸਭਾਵਾਂ ਜਾਂ ਕਲਚਰਲ ਸੁਸਾਇਟੀਆਂ 'ਚ ਨਹੀਂ ਜਾਂਦੇ ਸੀ, ਉਹ ਘੇਰਾ ਬਹੁਤ ਬਾਹਰ ਬੈਠਾ ਸੀਗਾ। ਤੇ ਉਹ ਘੇਰਾ ਮੇਰੇ ਕੋਲੇ ਆ ਕੇ ਬਹੁਤ ਵੱਡੀ ਪੱਧਰ ਤੇ ਜੁੜ ਗਿਆ। ਹੁਣ ਤਾਂ ਜਾਣੀ ਤੁਸੀਂ ਦੇਖੋਗੇ ਕਿ ਅੱਜ ਜਿਵੇਂ ਕੋਵਿਡ ਦਾ ਬਹੁਤ ਸਾਰੀਆਂ ਪਾਬੰਦੀਆਂ ਨੇ, ਇੱਕ ਬੰਦਾ ਆ ਕੇ, ਨੌਜਵਾਨ ਮੁੰਡੇ ਨਵੇਂ ਉਹ ਲਗਾਤਾਰ ਮੇਰੇ ਕੋਲੋਂ ਭਗਤ ਸਿੰਘ ਦੀਆਂ, ਗਦਰ ਲਹਿਰ ਦੀਆਂ, ਸਾਰੀਆਂ ਹਰ ਕਿਸਮ ਦੀਆਂ ਕਿਤਾਬਾਂ ਨੇ ਜਿਹੜੀਆਂ ਉਹ ਵੱਡੀ ਪੱਧਰ ਤੇ ਲਿਜਾ ਰਹੇ ਨੇ। ਤੇ ਜਿਹੜਾ ਇਹ ਹੰਗਾਰਾ ਪਹਿਲਾਂ ਦੇ ਮੁਕਾਬਲੇ ਬਹੁਤ ਵੱਡੀ ਪੱਧਰ ਤੇ ਮਿਲ ਰਿਹਾ। ਇਹ ਜਿਹੜਾ ਜਿਸ ਉਲਾਂਭੇ ਦੀ ਮੈਂ ਗੱਲ ਕੀਤੀ
ਤਕਰੀਬਨ ਤੁਸੀਂ ਵੀ ਉਹ ਗੱਲ ਕੀਤੀ ਕਿ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਹੈ, ਅਤੇ ਤੁਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਵੀ ਰੈਫਰੈਂਸ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਬੌਧਿਕ ਕੰਗਾਲੀ ਹੈ। ਜਿਸ ਵੱਡੇ ਪੱਧਰ 'ਤੇ ਬੰਗਾਲ ਦੇ ਲੋਕ ਕਿਤਾਬਾਂ ਪੜ੍ਹਦੇ ਆ, ਜਿਸ ਵੱਡੇ ਪੱਧਰ 'ਤੇ ਕੇਰਲਾ ਦੇ ਲੋਕ ਕਿਤਾਬਾਂ ਪੜ੍ਹਦੇ ਆ, ਪੰਜਾਬ ਦੇ ਲੋਕ ਇੰਝ ਨਹੀਂ ਪੜ੍ਹਦੇ। ਪਰ ਮੈਨੂੰ ਖੁਦ ਨੂੰ ਆਪਣਾ ਨਿੱਜੀ ਤਜਰਬਾ ਜੀ ਕਿ ਜਿਸ ਜ਼ਮਾਨੇ 'ਚ ਮੇਰੇ 'ਤੇ ਜਾਂ ਤੁਹਾਡੇ 'ਤੇ ਉਹ ਜਵਾਨੀ ਵਾਲੇ ਦਿਨ ਹੋਣਗੇ ਜਦੋਂ ਖੂਨ ਵੀ ਗਰਮ ਹੁੰਦਾ ਅਤੇ ਗੱਲਾਂ ਵੀ ਚੰਗੀਆਂ ਲੱਗਦੀਆਂ, ਹਰ ਗੱਲ ਨੂੰ ਚੰਗੀ ਤਰ੍ਹਾਂ ਘੋਖਣ ਦੀ ਵਾਚਣ ਦੀ ਰੁਚੀ ਵੀ ਹੁੰਦੀ ਆ, ਉਦੋਂ ਤਾਂ ਇਹ ਹੁੰਦਾ ਸੀ ਕਿਤਾਬ ਹੱਥ 'ਚ ਫੜੀ ਆ ਅਤੇ ਉਹਨੂੰ ਜੇ ਉਹਦਾ ਪੰਨਾ ਇੱਕ ਪਰਤ ਲਿਆ, ਖੋਲ੍ਹ ਲਿਆ ਹੈਗਾ, ਅਤੇ ਕਿਤਾਬ ਬੰਦ ਉਦੋਂ ਕਰਨੀ ਜਦੋਂ ਮੁੱਕ ਗਈ ਸਾਰੀ ਕਹਾਣੀ, ਚਾਹੇ ਉਹ ਕਹਾਣੀਆਂ ਦੀ ਕਿਤਾਬ ਹੋਵੇ, ਚਾਹੇ ਕਵਿਤਾਵਾਂ ਦੀ ਕਿਤਾਬ ਹੋਵੇ, ਅਤੇ ਭਾਵੇਂ ਕੋਈ ਨਾਵਲ ਹੋਵੇ। ਇਹ ਰੁਝਾਨ ਮੈਨੂੰ ਲੱਗਦਾ ਕਿ 80 ਕੁ ਦੇ ਲਾਗੇ ਛਾਗੇ 80ਵੀਆਂ ਵਿੱਚ ਜਾ ਕੇ ਭਾਵੇਂ ਘਟ ਗਿਆ ਹੋਵੇ, ਪਰ ਪਹਿਲਾਂ ਤਾਂ ਬਹੁਤ ਸੀ। ਹਾਂਜੀ, ਤੇ ਇਹ ਤੁਹਾਡੀ ਕਿਸੇ ਹੱਦ ਤੱਕ ਗੱਲ ਠੀਕ ਆ, ਤੇ ਪਰ ਮੈਂ ਇਹਦੀਆਂ ਪੋਜ਼ਿਟਿਵ ਉਦਾਹਰਨਾਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦਾ। ਹਾਂਜੀ, ਜਿਵੇਂ ਜਲੰਧਰ ਦੇਸ਼ ਭਗਤ ਗਦਰੀ ਬਾਬਿਆਂ ਦਾ ਮੇਲਾ ਲੱਗਦਾ। ਹਾਂਜੀ ਹਾਂਜੀ, ਤੇ ਉੱਥੇ ਹਰ ਸਾਲ ਲਗਭਗ ਪੂਰਾ ਬਾਜ਼ਾਰ ਲੱਗਿਆ ਹੁੰਦਾ, ਸਾਰਾ ਜਿਹੜਾ ਕੰਪਾਊਂਡ ਆ ਹਾਂਜੀ ਹਾਂਜੀ, ਉਹ ਭਰਿਆ ਹੁੰਦਾ। ਲੁਧਿਆਣੇ ਤੋਂ ਜਲੰਧਰ ਤੋਂ ਲੈ ਕੇ ਦਿੱਲੀ ਤੱਕ ਦੇ ਜਿਹੜੇ ਵੀ ਪ੍ਰਕਾਸ਼ਨ ਵਾਲੇ ਨੇ, ਹਾਂਜੀ ਹਾਂਜੀ, ਉਹ ਸਾਰੇ ਪਹੁੰਚੇ ਹੁੰਦੇ ਨੇ। ਬਿਲਕੁਲ, ਘੱਟੋ ਘੱਟ ਉੱਥੇ 10, 15, 20 ਲੱਖ ਦਾ ਲਿਟਰੇਚਰ ਜਿਹੜਾ ਲੱਗਦਾ। ਹਾਂਜੀ, ਪਿਛਲੇ ਸਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ। 1 ਨਵੰਬਰ ਨੂੰ ਮੈਂ ਇੰਡੀਆ ਸੀ, ਜਲੰਧਰ ਗਿਆ ਸੀ। ਵੈਰੀ ਗੁੱਡ। ਤੇ ਉਂਝ ਉਦੋਂ ਪਹਿਲਾਂ ਵੀ ਮੇਲੇ ਵੇਖੇ ਬਹੁਤ, ਪਰ ਇਸ ਵਾਰੀ ਮੈਂ ਕੁਦਰਤੀ ਉਸ ਮੇਲੇ ਦੇ ਦਿਨਾਂ ਦੇ ਵਿੱਚ ਹੀ ਉੱਥੇ ਗਿਆ ਹੋਇਆ ਸੀਗਾ। ਬਹੁਤ ਸਾਰੇ ਪ੍ਰਕਾਸ਼ਕ ਮੈਂ ਨਿੱਜੀ ਤੌਰ 'ਤੇ ਉਹਨਾਂ ਨੂੰ ਜਾਣਦਾ, ਔਰ ਉਹ ਆਪਣੀਆਂ ਵੱਧ ਤੋਂ ਵੱਧ ਕਿਤਾਬਾਂ ਜਿਹੜੀਆਂ ਉੱਥੇ ਲੈ ਕੇ ਆਉਂਦੇ, ਅਤੇ ਲੋਕੀ ਚਾਅ ਦੇ ਨਾਲ, ਬੜੇ ਉਮਾਹ ਨਾਲ, ਉਹ ਖਾਣ ਪੀਣ ਦਾ ਭਾਵੇਂ ਘੱਟ ਧਿਆਨ ਦੇਣ, ਕਿਤਾਬਾਂ ਜਿਹੜੀਆਂ ਉਹ ਜ਼ਰੂਰ ਬੈਗ ਉਹਦਾ ਭਰ ਕੇ ਲੈ ਕੇ ਜਾਂਦੇ। ਤੇ ਦੇਖੋ, ਦੂਜਾ ਤਜਰਬਾ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਪੰਜਾਬ 'ਚ ਸੀਗਾ ਤਾਂ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਨਾਲ ਵੀ ਜੁੜਿਆ ਹੋਇਆ ਸੀ। ਠੀਕ ਹੈ ਜੀ। ਉੱਥੇ ਅਸੀਂ PAU ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 2 ਮੇਲੇ ਲੱਗਦੇ ਆ, ਇੱਕ ਮਾਰਚ 'ਚ, ਇੱਕ ਸ਼ਾਇਦ ਸਤੰਬਰ ਵਗੈਰਾ 'ਚ ਲੱਗਦਾ। ਹਾਂਜੀ, ਕਿਸਾਨ ਮੇਲੇ ਲੱਗਦੇ। ਇੱਕ ਦਿਨ ਦਾ ਕਿਸਾਨ ਮੇਲਾ, ਮਾਰਚ 'ਚ 2 ਦਿਨ ਦਾ ਲੱਗਦਾ। ਹਾਂਜੀ, ਉੱਥੇ ਅਸੀਂ ਤਰਕਸ਼ੀਲ ਸੁਸਾਇਟੀ ਦਾ ਸਟਾਲ ਲਾਉਂਦੇ ਸੀ। ਤਾਂ ਉਸ ਸਮੇਂ, ਅੱਜ ਤੋਂ 15-20 ਸਾਲ ਪਹਿਲਾਂ ਦੀ ਮੈਂ ਗੱਲ ਕਰਦਾ, 40-50 ਹਜ਼ਾਰ ਦਾ ਲਿਟਰੇਚਰ ਕੱਲੀ ਤਰਕਸ਼ੀਲ ਦਾ ਉੱਥੇ ਲੱਗਦਾ ਹੁੰਦਾ ਸੀ। ਠੀਕ ਹੈ। ਹੁਣ ਆਪਣੇ ਪਟਿਆਲਾ ਯੂਨੀਵਰਸਿਟੀ 'ਚ ਆ ਬਰਗਾੜੀ ਹੁਣ ਲੱਗ ਕੇ ਹਟਿਆ, ਬਹੁਤ ਵੱਡੇ ਵੱਡੇ ਮੇਲੇ ਲੱਗਦੇ ਨੇ। ਜਾਂ ਮੈਂ ਤੁਹਾਨੂੰ ਹੁਣ ਉਦਾਹਰਨ ਦੇਵਾਂ ਕਿ ਜਿਹੜਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਕਿਸਾਨ ਅੰਦੋਲਨ ਚੱਲ ਰਿਹਾ ਅੱਜ, ਹਾਂਜੀ, ਉਹਦੇ ਵਿੱਚ ਤਰਕਸ਼ੀਲ ਸੁਸਾਇਟੀ 7 ਲੱਖ ਦਾ ਲਿਟਰੇਚਰ ਵੰਡ ਕੇ ਆਈ ਆ। ਬਿਲਕੁਲ ਜੀ। ਅਸੀਂ ਕੈਲਗਰੀ ਤੋਂ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ 2.5 ਲੱਖ ਦੀਆਂ ਕਿਤਾਬਾਂ ਪਹਿਲੇ ਖੇਪ 'ਚ ਮੈਂ ਇੱਥੋਂ ਪੈਸੇ ਇਕੱਠੇ ਕਰਕੇ ਆਪਦੇ ਮਿੱਤਰਾਂ ਦੋਸਤਾਂ ਤੋਂ, ਆਪਦੇ ਪਰਿਵਾਰਕ ਮੈਂਬਰਾਂ ਤੋਂ, ਆਪਦੀਆਂ ਜਥੇਬੰਦੀਆਂ ਤੋਂ ਭੇਜੇ ਸੀ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣੇ ਵਾਲਿਆਂ ਨੇ ਵਲੰਟੀਅਰ ਭੇਜ ਕੇ 2 ਦਿਨ, ਇੱਕ ਦਿਨ ਟਿੱਕਰੀ ਬਾਰਡਰ ਤੇ, ਇੱਕ ਦਿਨ ਸਿੰਘੂ ਬਾਰਡਰ ਤੇ ਲਾਇਆ ਸੀ। ਤੇ ਉੱਥੇ ਦੇ ਪ੍ਰਬੰਧਕਾਂ ਨੇ ਹੁਣ ਦੁਬਾਰਾ ਫੇਰ ਕਿਹਾ ਕਿ ਜਿੰਨਾ ਇੱਥੇ ਵਾਧੂ ਸਮਾਂ ਲੋਕਾਂ ਕੋਲੇ 4-5 ਘੰਟੇ ਦੀ ਰੈਲੀ ਤੋਂ ਬਿਨਾਂ ਹੁੰਦਾ, ਪੜ੍ਹਨ ਦਾ ਜਿਹੜਾ ਰੁਝਾਨ ਆ ਉਹ ਬਹੁਤ ਜ਼ਿਆਦਾ ਵਧਿਆ ਹੋਇਆ। ਬਿਲਕੁਲ, ਇਸ ਕਰਕੇ ਕਿਤਾਬਾਂ ਹੋਰ ਭੇਜੋ। ਅਸੀਂ 2-2.5 ਲੱਖ ਦੀਆਂ ਕਿਤਾਬਾਂ ਕੱਲ ਪਰਸੋਂ ਫੇਰ ਲੁਧਿਆਣੇ ਤੋਂ ਉੱਥੇ ਭੇਜੀਆਂ ਨੇ। ਇਸ ਪੱਖੋਂ ਜਿੱਥੇ ਮਤਲਬ ਆਪਣੇ ਪੰਜਾਬੀਆਂ 'ਚ ਆਪਣਾ ਅਲੰਬਾ ਜਾਂ ਦੁਖਾਂਤ ਆਪਾਂ ਨੋਟ ਕਰਦੇ ਆ, ਉੱਥੇ ਮੈਨੂੰ ਲੱਗਦਾ ਕਿ 5-7 ਸਾਲਾਂ ਤੋਂ ਪੰਜਾਬ ਦੇ ਵਿੱਚ ਵੀ ਜਿੰਨਾ ਲਿਟਰੇਚਰ ਛਪ ਰਿਹਾ ਤੇ ਲੋਕਾਂ 'ਚ ਪੜ੍ਹਨ ਦਾ ਰੁਝਾਨ ਆ ਜਿਹੜਾ ਪਹਿਲਾਂ ਦੇ ਮੁਕਾਬਲੇ ਵੱਧ ਰਿਹਾ, ਇਹ ਸਾਡੇ ਲਈ ਇੱਕ ਆਸ਼ਾਵਾਦੀ ਜਿਹੜੀ ਗੱਲ ਆ। ਜੇ ਮਾਸਟਰ ਜੀ ਮੈਂ ਤੁਹਾਨੂੰ ਪੁੱਛਾਂ ਕਿ ਮੈਂ ਬਿਲਕੁਲ ਹੀ ਇੱਕ ਸਧਾਰਨ ਵਿਅਕਤੀ ਦੇ ਤੌਰ 'ਤੇ ਮੈਂ ਤੁਹਾਡੇ ਕੋਲ ਪੁੱਛਾਂ ਕਿ ਮਾਸਟਰ ਜੀ ਮੈਨੂੰ ਵੀ ਪੜ੍ਹਨ ਬਾਰੇ ਦੱਸੋ ਕਿ ਕਿਹੜੀ ਕਿਤਾਬ ਮੈਨੂੰ ਪੜ੍ਹਨੀ ਚਾਹੀਦੀ ਆ, ਕੀ ਰਿਕਮੈਂਡ ਕਰੋਗੇ, ਕਿਹੜੀ ਕਿਤਾਬ ਬਾਰੇ ਸਲਾਹ ਦਿਓਗੇ? ਹਾਂ, ਉਹ ਦੇਖੋ ਜੀ MP ਸਿੰਘ ਜੀ, ਉਹ ਮੈਂ ਜਿਹੜੇ ਪਾਠਕ ਮੇਰੇ ਕੋਲੇ ਕਈ ਨਵੇਂ ਆਉਂਦੇ ਆ, ਦੇਖੋ ਹੁਣ ਜਦੋਂ ਬੰਦਾ ਨਾ ਜਿਵੇਂ ਦੁਕਾਨਦਾਰ ਦਾ ਜਾਂ ਬਿਜ਼ਨਸ ਵਾਲੇ ਦਾ ਤਜਰਬਾ ਹੋ ਜਾਂਦਾ, ਹੁਣ ਜਿਵੇਂ ਮੈਂ 8-10 ਸਾਲ ਤੋਂ ਕਿਤਾਬਾਂ
ਦੇ ਕੰਮ ਦੇ ਨਾਲ ਜ਼ਿਆਦਾ ਜੁੜਿਆ ਹੋਇਆ, ਜ਼ਿਆਦਾ ਡੂੰਘਾਈ ਨਾਲ ਦੇਖਦਾ, ਪਾਠਕਾਂ ਦੀ ਮਤਲਬ ਉਹਨਾਂ ਦੀ ਸੁਰ, ਉਹਨਾਂ ਦਾ ਇੰਟਰਸਟ ਦੇਖਦਾ, ਤਾਂ ਮੈਂ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਰਿਕਮੈਂਡ ਕਰਦਾ। ਕਈ ਨਵੇਂ ਮੁੰਡੇ ਮੇਰੇ ਕੋਲੇ ਆ ਜਾਂਦੇ ਆ, ਮੈਂ ਉਹਨਾਂ ਤੋਂ ਫਿਰ ਪੁੱਛਦਾ ਤੂੰ ਕਿਹੜੀ ਕਿਤਾਬ ਲੈਣੀ ਆ। ਉਹ ਕਹਿੰਦੇ ਆ ਅੰਕਲ ਜੀ ਕਿਤਾਬ ਜਿਹੜੀ ਵਧੀਆ ਬਈ ਉਹ ਮੈਨੂੰ ਦਿਓ। ਤਾਂ ਮੈਂ ਉਹਨਾਂ ਨੂੰ ਫਿਰ ਇੱਕ ਉਦਾਹਰਨ ਦਿੰਦਾ ਹੁੰਦਾ ਵੀ ਸਾਨੂੰ ਟੀਚਰ ਟ੍ਰੇਨਿੰਗ ਦੇ ਵਿੱਚ ਇੱਕ ਗੱਲ ਸਮਝਾਉਂਦੇ ਹੁੰਦੇ ਸੀ, ਈਜ਼ੀ ਟੂ ਡਿਫੀਕਲਟ, ਸੌਖੇ ਤੋਂ ਔਖੇ ਵੱਲ। ਹੁਣ ਜੇ ਮੈਂ ਨਵੇਂ ਪਾਠਕ ਨੂੰ ਸਦਮਾ ਸਿਧਾਂਤ ਕਿਤਾਬ ਦੇ ਦਾਂ ਨਿਊਮੀ ਕਲਾਈਨ ਦੀ, ਤੇ ਉਹ ਬਹੁਤ ਔਖੀ 600 ਪੇਜ ਦੀ ਕਿਤਾਬ ਆ ਤੇ ਉਹ ਮੁਕਰੀ ਖਾ ਜੂਗਾ। ਬਿਲਕੁਲ ਠੀਕ। ਹਾਂ, ਇਸ ਕਰਕੇ ਮੈਂ ਉਹਨਾਂ ਨੂੰ ਪਹਿਲਾਂ ਫਿਰ ਸੌਖੀਆਂ ਕੋਈ ਕਹਾਣੀ, ਨਾਵਲ ਜਸਵੰਤ ਕਮਲ ਦੇ, ਬਲਦੇਵ ਸੜਕਨਾਮੇ ਦੇ, ਤੇ ਇਹ ਜੇ ਸੌਖੇ ਨਾਵਲ ਦਿੰਨਾ, ਜਾਂ ਜਿਵੇਂ ਸੂਹੀ ਸਵੇਰ ਕਿਤਾਬ ਆ ਸਵੈ ਸਾਚੀ ਦੀ, ਉਹ ਜਿਹੀਆਂ ਕਿਤਾਬਾਂ ਮੈਂ ਦਿੰਨਾ ਵੀ ਬਿਲਕੁਲ ਜਿਹੜਾ ਪਹਿਲਾਂ ਪਾਠਕ ਆ ਉਹ ਪਹਿਲਾਂ ABC ਸਿੱਖੇ, ਫਿਰ ਉਹਨੂੰ ਮੈਨੂੰ ਪਤਾ ਲੱਗ ਜਾਂਦਾ, ਤੇ ਫਿਰ ਮੈਂ ਉਹਨੂੰ ਹੌਲੀ ਹੌਲੀ ਈਜ਼ੀ ਟੂ ਡਿਫੀਕਲਟ ਵਾਲੇ ਫਾਰਮੂਲੇ ਦੇ ਮੁਤਾਬਕ ਜਿਉਂ ਉਹਦਾ ਬੌਧਿਕ ਵਿਕਾਸ ਹੁੰਦਾ, ਉਹਦਾ ਇੰਟਰਸਟ ਬਣਦਾ, ਉਹ ਪੱਕਾ ਪਾਠਕ ਬਣ ਜਾਂਦਾ। ਫਿਰ ਉਹ 5-7 ਕਿਤਾਬਾਂ ਲਿਜਾਂਦਾ, ਮਹੀਨੇ ਡੇਢ ਮਹੀਨੇ ਬਾਅਦ ਫਿਰ ਹੋਰ ਲਿਜਾਂਦਾ। ਤਾਂ ਫਿਰ ਮੈਂ ਉਹਨੂੰ ਗਾਹਾਂ ਭਗਤ ਸਿੰਘ ਕਹਿਣਾ ਪੜ੍ਹ, ਊਧਮ ਸਿੰਘ ਪੜ੍ਹ, ਕਰਤਾਰ ਸਰਾਭਾ ਪੜ੍ਹ, ਗਦਰ ਪਾਰਟੀ ਦਾ ਇਤਿਹਾਸ ਪੜ੍ਹ, ਗੁਰੂ ਨਾਨਕ ਬਾਰੇ ਸੱਚ ਦੀ ਖੋਜ ਪੜ੍ਹ, ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ ਪੜ੍ਹ, ਫਿਰ ਤਰਕਸ਼ੀਲਤਾ ਦੀਆਂ ਕਿਤਾਬਾਂ ਮੈਂ ਦਿੰਦਾ। ਇਸ ਤਰ੍ਹਾਂ ਜਾਣੀ ਮੇਰਾ ਜਿਹੜਾ ਤਜਰਬਾ ਉਹ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਉਹ ਸਫਲ ਹੁੰਦਾ। ਪੰਜਾਬੀ ਤੋਂ ਇਲਾਵਾ ਵੀ ਦੂਜੀਆਂ ਭਾਸ਼ਾਵਾਂ ਦੀਆਂ ਕਿਤਾਬਾਂ ਵੀ ਤੁਸੀਂ ਰੱਖਦੇ ਹੋ, ਵੇਚਦੇ ਹੋ? ਹਾਂਜੀ, ਮੇਨ ਦੇਖੋ ਜਿਹੜੇ ਪਾਠਕ ਨੇ ਉਹ ਹੈਗੇ ਪੰਜਾਬੀ ਦੇ, ਪਰ ਮੈਂ ਕੁਝ ਕਿਤਾਬਾਂ ਰੱਖਦਾ ਇੰਗਲਿਸ਼ ਦੀਆਂ ਤੇ ਹਿੰਦੀ ਦੀਆਂ। ਠੀਕ ਹੈ। ਉਹ ਜਿਹੜੇ ਪਾਠਕ ਨੇ ਖਾਸ ਕਰਕੇ ਹਿੰਦੀ ਦੇ, ਉਹ ਨਾ ਮਾਤਰ ਦੇ ਬਰਾਬਰ ਨੇ, ਇੱਕਾ ਦੁੱਕਾ ਕੋਈ ਪਾਠਕ ਆਉਂਦਾ। ਤੇ ਜਿਹੜੇ ਇੰਗਲਿਸ਼ ਦੇ ਨੇ, ਕਿਉਂਕਿ ਜਿਹੜੇ ਬਹੁਤ ਸਾਰੇ ਬੱਚੇ ਇੱਥੇ ਦੇ ਜੰਮ ਪੜ੍ਹਨੇ ਆਪਣੇ ਪੰਜਾਬੀ ਭਾਈਚਾਰੇ ਦੇ ਜਾਂ ਹਿੰਦੁਸਤਾਨ ਦੇ, ਉਹਨਾਂ ਨੂੰ ਪੰਜਾਬੀ ਹਿੰਦੀ ਪੜ੍ਹਨ ਦੀ ਮਹਾਰਤ ਨਹੀਂ, ਉਹ ਬੋਲ ਸਕਦੇ ਆ ਦਾਦੇ ਨਾਨੀ ਦੇ ਮਤਲਬ ਘਰ ਚ ਮਾਹੌਲ ਕਰਕੇ। ਠੀਕ ਹੈ ਜੀ। ਉਹਨਾਂ ਲਈ ਹੁਣ ਅਸੀਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲੁਧਿਆਣੇ ਵਾਲੇ ਸੰਚਾਲਕ ਮੈਂ ਮਾਸਟਰ ਹਰੀਸ਼ ਜੀ ਨੂੰ ਵੀ ਕਿਹਾ ਕਿ ਆਪਾਂ ਭਗਤ ਸਿੰਘ ਬਾਰੇ, ਕਰਤਾਰ ਸਿੰਘ ਸਰਾਭੇ ਬਾਰੇ, ਊਧਮ ਸਿੰਘ ਬਾਰੇ ਛੋਟੇ ਪੈਂਫਲੇਟ ਟਾਈਪ 20-20, 30-30, 40-40 ਪੇਜ ਦੀਆਂ ਕਿਤਾਬਾਂ, ਤਾਂ ਕਿ ਇੱਥੇ ਛੋਟੇ ਜਿਹੜੇ ਬੱਚੇ ਨੇ, ਹੁਣ ਸਾਡੇ ਨਾਲ ਇੱਥੇ ਨਾਟਕ ਟੀਮ ਕੋਰੀਓਗ੍ਰਾਫੀ ਚ ਛੋਟੇ ਬੱਚੇ ਆਉਂਦੇ ਆ, ਅਸੀਂ ਉਹਨਾਂ ਨੂੰ ਉਹ ਭਗਤ ਸਿੰਘ ਦੀਆਂ, ਕਰਤਾਰ ਸਰਾਭੇ ਦੀਆਂ ਛੋਟੀਆਂ ਜਿਹੜੀਆਂ ਇੰਗਲਿਸ਼ ਦੀਆਂ ਬੁੱਕਾਂ ਨੇ ਉਹ ਪੜ੍ਹਨ ਨੂੰ ਦਿੰਨੇ ਆ, ਤਾਂ ਕਿ ਉਹ ਜਿਹੜੇ ਸਾਡਾ ਉਸਾਰੂ ਕਲਚਰ ਆ, ਉਸਾਰੂ ਸੱਭਿਆਚਾਰ ਆ, ਸਾਡੇ ਜਿਹੜੇ ਮਹਾਨ ਨਾਇਕ ਨੇ ਸਮਾਜ ਦੇ, ਉਹਨਾਂ ਨੂੰ ਪੜ੍ਹ ਕੇ ਉਹਨਾਂ ਤੇ ਪੰਜਾਬੀ ਕਲਚਰ ਦਾ ਸਾਰਾ ਜਿਹੜਾ ਅਸਰ ਆ ਉਹ ਸਿੱਖ ਸਕਣ, ਪ੍ਰੇਰਨਾ ਲੈ ਸਕਣ। ਬਹੁਤ ਖੂਬ। ਕੋਈ ਇੱਦਾਂ ਦਾ ਵੀ ਤੁਸੀਂ ਹੀਲਾ ਵਸੀਲਾ ਕੀਤਾ ਜੀ, ਜਿੱਦਾਂ ਤੁਹਾਡੇ ਨਾਲ ਬਹੁਤ ਸਾਰੇ ਸਾਹਿਤਕਾਰ ਜੁੜ ਗਏ ਆ, ਬਹੁਤ ਸਾਰੇ ਅਜਿਹੇ ਬੰਦੇ ਜੁੜ ਗਏ ਜਿਨ੍ਹਾਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਲਿਖਿਆ, ਜਾਂ ਬਹੁਤ ਖੂਬਸੂਰਤ ਜਿਹੜੀਆਂ ਲਿਖਤਾਂ ਸੀਗੀਆਂ ਲੇਖਕਾਂ ਦੀਆਂ, ਉਹਨਾਂ ਨੂੰ ਪੜ੍ਹਿਆ, ਔਰ ਸਾਹਿਤ ਨਾਲ, ਸੱਭਿਆਚਾਰ ਦੇ ਨਾਲ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਹੋਏ ਆ। ਤੁਸੀਂ ਰਲ ਮਿਲ ਕੇ ਕੋਈ ਸਲਾਹ ਕੀਤੀ ਕੋਈ ਵਧੀਆ ਜੀ, ਕੋਈ ਇਹੋ ਜਿਹਾ ਮੈਗਜ਼ੀਨ ਕੱਢਿਆ ਜਾਵੇ, ਜਾਂ ਕੋਈ ਕਿਤਾਬਾਂ ਦੀ ਪਬਲਿਸ਼ਿੰਗ ਇੱਥੋਂ ਕੀਤੀ ਜਾਵੇ, ਜਾਂ ਜਿਵੇਂ ਹੁੰਦਾ ਵੀ ਕੁਛ ਪਬਲਿਸ਼ਰ ਹੈਗੇ ਆ ਉਹ ਹਰ ਮਹੀਨੇ ਕੁਛ 4 ਕਿਤਾਬਾਂ ਦਾ ਸੈੱਟ, 6 ਕਿਤਾਬਾਂ ਦਾ ਸੈੱਟ ਕੰਸੈਸ਼ਨਲ ਜਿਹੜੀ ਹੈਗੀ ਆ ਮਨੀ ਤੇ ਕੰਸੈਸ਼ਨਲ ਪ੍ਰਾਈਸ ਤੇ ਉਹ ਲੋਕਾਂ ਨੂੰ ਪ੍ਰੋਵਾਈਡ ਕਰਦੇ? ਤੁਸੀਂ ਇੱਦਾਂ ਦਾ ਵੀ ਸੋਚਦੇ ਹੋ, ਕੁਛ ਕਰ ਰਹੇ ਹੋ, ਜਾਂ ਕੋਈ ਪਲੈਨਿੰਗ ਹੈ ਤੁਹਾਡੀ ਇਸ ਤਰ੍ਹਾਂ ਦੀ? ਨਹੀਂ, ਦੇਖੋ ਉਹ MP ਸਿੰਘ ਜੀ ਜਿਹੜਾ ਇੱਥੋਂ ਲਿਟਰੇਚਰ ਛਪਾਉਣ ਵਾਲੀ ਗੱਲ ਆ, ਉਹ ਤਾਂ ਮੇਰਾ ਖਿਆਲ ਆ ਵੀ ਇਸ ਪੱਧਰ ਤੱਕ ਸਾਡੇ ਕੋਲੇ ਨਾ ਤਾਂ ਮਤਲਬ ਬਜਟ ਵਾਲਾ ਉਹ ਮਹਿੰਗਾ ਪਊਗਾ ਇੱਥੋਂ ਤਾਂ ਬਹੁਤ। ਹਾਂ, ਉਹ ਇੱਥੇ ਦਾ ਪਊਗਾ ਬਹੁਤ ਮਹਿੰਗਾ, ਤੇ ਨਾ ਉਸ ਪੱਧਰ ਤੇ ਓਡਾ ਲਿਟਰੇਚਰ ਆ ਜਿਹੜਾ ਵਿਕਦਾ।
ਤੇ ਜਿਹੜਾ ਹੁਣ ਲਿਟਰੇਚਰ ਜਿਵੇਂ ਮੈਂ ਮੰਗਾਉਣਾ ਤੇ ਉਹ ਵੱਧ ਤੋਂ ਵੱਧ ਵੈਰਾਈਟੀ ਹਰ ਕਿਸਮ ਦੀ ਮੰਗਾਉਣਾ, ਉਹ ਸਿਰਫ ਕੋਰੀਅਰ ਦਾ ਹੀ ਖਰਚਾ ਜ਼ਿਆਦਾ ਪੈਂਦਾ। ਪੰਜਾਬ ਦੇ ਵਿੱਚ ਜਾਣੀ ਜਿਹੜਾ ਮਤਲਬ ਪ੍ਰਿੰਟਿੰਗ ਵਗੈਰਾ ਉਹ ਸਸਤੀ ਹੋ ਕੇ ਬੁੱਕ ਦੀ ਜਿਹੜੀ ਕੀਮਤ ਆ ਉਹ ਬਹੁਤ ਘੱਟ ਹੁੰਦੀ ਹੈ, ਕੋਰੀਅਰ ਹੀ ਆਪਾਂ ਨੂੰ ਜ਼ਿਆਦਾ ਪੈਂਦਾ, ਖਰਚਾ ਉੱਪਰਲਾ ਖਰਚਾ ਜ਼ਿਆਦਾ। ਇੱਥੇ ਦੇਖਿਆ ਵੀ ਜਿਹੜਾ ਸਾਰੇ ਖਰਚੇ ਪਾ ਕੇ ਵੀ ਜਿਹੜੀ ਬੁੱਕ ਆਪਾਂ $10 ਦੀ ਦਿੰਨੇ ਆ, ਹਾਂਜੀ ਹਾਂਜੀ, ਜੇ ਉਹ ਆਪਾਂ ਇੱਥੇ ਕੈਨੇਡਾ ਚੋਂ ਪ੍ਰਿੰਟ ਕਰਾਈਏ ਤਾਂ ਉਹ ਘੱਟੋ ਘੱਟ $20 ਦੀ ਪਹਿਲਾਂ ਕਿਤਾਬ ਹੀ ਪੈਂਦੀ ਹੈ। ਫੇਰ ਜਿਹੜਾ ਪ੍ਰਿੰਟਿੰਗ ਦਾ ਤੁਹਾਨੂੰ ਸ਼ਾਇਦ ਇਸ ਗੱਲ ਨਾਲ ਤੁਸੀਂ ਕਿੰਨੇ ਕੁ ਜੁੜੇ ਹੋਏ ਹੋ, ਤੇ ਜੇ ਆਪਾਂ ਕੋਈ ਵੀ ਬੁੱਕ ਛਪਾਉਨੇ ਆ ਤਾਂ ਉਹਦੇ ਤੇ 500 ਜਾਂ 1000 ਦਾ ਮਿਨੀਮਮ ਜਿਹੜਾ ਖਰਚਾ ਪੈਂਦਾ। ਬਿਲਕੁਲ ਬਿਲਕੁਲ ਇਦਾਂ ਹੁੰਦੀ। ਉਹ ਬੁੱਕ ਬਲੌਕ ਜੋ ਆਪਣੇ ਕੋਲ ਤਾਂ ਦੇਖੋ ਹੁਣ ਜਿਵੇਂ ਮੈਂ ਆਪਦੇ ਘਰ ਤੋਂ ਲਾਇਬ੍ਰੇਰੀ ਇਹ ਜਿਹੜਾ ਬੁੱਕ ਸੈਂਟਰ ਆਪਰੇਟ ਕਰਦਾ, ਸਾਡੀ ਜਥੇਬੰਦੀ ਕੋਲੇ ਜਾਂ ਬੁੱਕ ਸੈਂਟਰ ਕੋਲੇ ਕੋਈ ਦਫ਼ਤਰ ਨਹੀਂ, ਕੋਈ ਆਫਿਸ ਨਹੀਂ। ਮੈਂ ਅਲਮਾਰੀਆਂ ਵੀ ਹੌਲੀ ਹੌਲੀ 3-4 ਬਣਾ ਕੇ ਇਹ ਜਾਣੀ ਸਲੋ ਐਂਡ ਸਟੱਡੀ ਬਿਨਸ ਦੀ ਰੇਸ ਵਾਂਗੂ ਜਾਣੀ ਇੱਕ ਦ੍ਰਿੜਤਾ ਦੇ ਨਾਲ 8-10 ਸਾਲ 'ਚ ਇਹਨੂੰ ਇਸ ਕੰਡੀਸ਼ਨ 'ਚ ਲਿਆਉਣ ਦਾ ਜਿਹੜਾ ਯਤਨ ਆ ਉਹ ਸਫਲ ਮਸਾ ਹੋਇਆ, ਕਾਮਯਾਬ ਹੋਇਆ ਤੁਸੀਂ, ਬਹੁਤ ਵਧੀਆ ਗੱਲ। ਇਸ ਕਰਕੇ ਵੀ ਛੋਟੀਆਂ ਬੁੱਕਾਂ ਵੀ ਜਿਸ ਪੱਧਰ ਦੇ ਬੱਚੇ ਨੇ ਵੀ ਆਪਾਂ ਪੰਜਾਬ ਤੋਂ ਹੀ ਛਪਾ ਕੇ ਹਾਲ ਦੀ ਘੜੀ ਤਾਂ ਉਹਨਾਂ ਦਾ ਕਰ ਰਹੇ ਹਾਂ। ਆਖਰੀ 2 ਮਿੰਟ ਆਪਣੇ ਕੋਲ ਹੈਗੇ ਆ ਮਾਸਟਰ ਜੀ, ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਬਹੁਤ ਸਾਰੇ ਲੇਖਕ ਆ ਪੰਜਾਬ ਦੇ ਵਿੱਚ ਹੀ ਕਹਿ ਲਓ ਹੈਗੇ ਆ, ਉਹਨਾਂ ਲੇਖਕਾਂ ਨੂੰ ਤੁਹਾਡੀ ਇਸ ਕਾਰਜਸ਼ੈਲੀ ਦਾ ਪਤਾ ਕਿ ਤੁਸੀਂ ਇਹ ਕੰਮ ਕਰਦੇ ਹੋ, ਕਦੀ ਉਹਨਾਂ ਨੇ ਵੀ ਤੁਹਾਨੂੰ ਅਪਰੋਚ ਕੀਤੀ ਆ ਕਿ ਆ ਲਓ ਸਾਡੇ ਵੱਲੋਂ 10-20 ਕਿਤਾਬਾਂ ਗਿਫਟ ਦੇ ਤੌਰ ਤੇ ਤੁਸੀਂ ਲੈ ਲਓ? ਨਹੀਂ ਜੀ, ਇਸ ਤਰ੍ਹਾਂ ਨਾ ਕਿਸੇ ਨੇ ਕੋਈ ਅਪਰੋਚ ਕੀਤਾ ਤੇ ਨਾ ਕਿਸੇ ਨੇ ਇਸ ਤਰ੍ਹਾਂ ਕੋਈ ਕਿਤਾਬਾਂ ਦਿੱਤੀਆਂ ਨੇ। ਕੈਲਗਰੀ ਦੇ ਜਿਹੜੇ ਲੋਕਲ ਲੇਖਕ ਨੇ ਕਈ ਵਾਰੀ ਉਹ ਮੇਰੀ ਜਦੋਂ ਬੁੱਕ ਸੈਂਟਰ ਤੇ ਮੇਲੇ ਤੇ ਆਉਂਦੇ ਨੇ ਤੇ ਉਹ ਕਈ ਵਾਰੀ ਕਹਿ ਦਿੰਦੇ ਨੇ ਵੀ ਆਹ ਤੁਸੀਂ ਸਾਡੀਆਂ ਵੀ ਕਿਤਾਬਾਂ ਰੱਖ ਲਓ। ਮੈਂ ਉਹਨਾਂ ਦੀਆਂ ਵੀ ਕਿਤਾਬਾਂ ਰੱਖ ਲੈਣਾ, ਪਰ ਉਹਨਾਂ ਦੀ ਜਿਹੜੀ ਵਾਜਬ ਕੀਮਤ ਰੱਖੀ ਹੋਈ ਆ ਮੈਂ ਉਹ ਜਿਹੜੀ ਕੀਮਤ ਤੇ ਜੇ ਕਿਤਾਬ ਵਿਕਦੀ ਆ ਤਾਂ ਉਹਨਾਂ ਨੂੰ ਮੈਂ ਪੇ ਕਰ ਦਿੰਦਾ। ਠੀਕ ਠੀਕ। ਦੂਜੀ ਗੱਲ ਜਿਹੜੀ ਇਹ ਆ ਉਹ ਮੇਰੇ ਹਿਸਾਬ ਨਾਲ ਜਿੰਨੀ ਕੁ ਮੈਨੂੰ ਨੌਲੇਜ ਆ ਉਹ ਇਹ ਆ ਵੀ ਜਿਵੇਂ ਕੋਈ ਵੀ ਬੁੱਕ ਉੱਥੇ ਪ੍ਰਕਾਸ਼ਿਤ ਹੁੰਦੀ ਆ, ਅਨੁਵਾਦ ਹੁੰਦੀ ਆ, ਰਿਲੀਜ਼ ਹੁੰਦੀ ਆ, ਤਾਂ ਉਹ ਜਿਹੜੀਆਂ ਬੁੱਕ ਸੈਂਟਰ ਨੇ ਜਿਵੇਂ ਬਰਗਾੜੀ ਹੈ, ਮਹਿਲ ਕਲਾਂ ਹੈਗਾ ਆਪਣੇ ਮਿੱਤਰ ਉਹਨਾਂ ਦਾ, ਜਾਂ ਇਹ ਲੁਧਿਆਣੇ ਹੈਗਾ, ਇਹ ਜਿਹੇ ਸੈਂਟਰ ਨੇ ਆਪਣੇ ਮਹਿਲ ਕਲਾਂ ਹੈਗਾ, ਹਾਂਜੀ ਹਾਂਜੀ, ਉਹ ਜਿਹੜੀਆਂ ਬੁੱਕਾਂ ਨੇ ਉਹ ਜਿਹੜੇ ਲੇਖਕ ਛਾਪਦੇ ਨੇ ਬੁੱਕਾਂ ਆਪਦੀਆਂ ਤਾਂ ਉਹਨਾਂ ਦਾ ਡਿਸਟ੍ਰੀਬਿਊਸ਼ਨ ਦਾ ਢੰਗ ਆ ਕੋਈ, ਉਹ ਪੰਜਾਬ ਦੇ ਵਿੱਚ ਸਾਰੇ ਡਿਸਟ੍ਰੀਬਿਊਟ ਕਰ ਦਿੰਦੇ ਨੇ। ਜਿਵੇਂ ਮੈਂ ਹੁਣ ਜਿੰਨੀਆਂ ਵੀ ਕਿਤਾਬਾਂ ਨੇ, ਜੇ ਕੋਈ ਨਵੇਂ ਮੈਨੂੰ ਪਾਠਕ ਨੋਟ ਕਰਾਉਂਦੇ ਆ ਕਿ ਸਾਨੂੰ ਆਹ ਕਿਤਾਬ ਮੰਗਾ ਲਓ, ਤਾਂ ਮੈਂ ਉਹ ਰਾਈਟਰ ਦਾ ਨਾਮ ਤੇ ਕਿਤਾਬ ਦਾ ਨਾਮ ਲਿਖ ਕੇ ਹਰੀਸ਼ ਮੋਦਗਿੱਲ ਜੀ ਨੂੰ ਭੇਜ ਦਿੰਦਾ। ਉਹ ਜਿੱਥੋਂ ਵੀ ਕਿਤਾਬ ਕਿਤੋਂ ਮਿਲਦੀ ਆ, ਅੰਮ੍ਰਿਤਸਰੋਂ, ਦਿੱਲੀੋਂ, ਹਾਂਜੀ ਹਾਂਜੀ, ਤਾਂ ਉਹ ਮੰਗਾ ਕੇ ਸਾਨੂੰ ਭੇਜ ਦਿੰਦੇ ਆ। ਅਸੀਂ ਤਾਂ ਇੱਕ ਥਾਵੇਂ ਹੀ ਉਹਨਾਂ ਨੂੰ ਲਿਸਟ ਭੇਜ ਦਿੰਦੇ ਆ ਤੇ ਕਿਤਾਬਾਂ ਨੇ ਜਿਹੜੀਆਂ ਉਪਲਬਧ ਹੋ ਜਾਂਦੀਆਂ ਨੇ। ਠੀਕ ਹੈ ਜੀ। ਆਖਰੀ ਸਵਾਲ ਮੇਰਾ ਜੀ, ਭਾਜੀ ਗੁਰਸ਼ਰਨ ਹੋਰੀ ਜਦੋਂ ਨਾਟਕ ਕਰਦੇ ਸੀ ਪਿੰਡਾਂ ਦੇ ਵਿੱਚ ਜਾਂ ਕਸਬਿਆਂ 'ਚ, ਯੂਨੀਵਰਸਿਟੀਆਂ 'ਚ, ਕਾਲਜਾਂ 'ਚ, ਉਹ ਨਾਟਕ ਤੋਂ ਬਾਅਦ, ਨਾਟਕ ਖਤਮ ਹੋਣ ਤੋਂ ਬਾਅਦ ਵੱਡੇ ਵੱਡੇ ਥੈਲੇ ਖੋਲ ਕੇ, ਬੈਗ ਖੋਲ ਕੇ, ਤੇ ਜਿਹੜੇ ਉਹਨਾਂ ਦੇ ਦਰਸ਼ਕ ਆਏ ਹੁੰਦੇ ਸੀਗੇ ਉਹਨਾਂ ਨੂੰ ਕਹਿੰਦੇ ਸੀ ਵੀ ਆਹ ਲਓ ਜੀ ਸਸਤੇ ਭਾਅ ਦੀਆਂ ਕਿਤਾਬਾਂ, 1 ਰੁਪਏ ਦੀ, 2 ਰੁਪਏ ਦੀ, 5 ਰੁਪਏ ਦੀ ਕਿਤਾਬ। ਕੋਈ ਇੱਦਾਂ ਦਾ ਹੀਲਾ ਵਸੀਲਾ ਜਿਹੜਾ ਤੁਹਾਨੂੰ ਕੋਈ ਸਪੋਰਟ ਇਸ ਤਰੀਕੇ ਦੀ ਮਿਲਦੀ ਹੈ ਕੋਈ, ਜਾਂ ਮਿਲਣ ਦੀ ਸੰਭਾਵਨਾ ਹੈ, ਜਾਂ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਸੋਚ ਰਹੇ ਹੋ ਕੁਛ? ਹਾਂ, ਨਹੀਂ, ਉਹ ਦੇਖੋ ਜੀ, ਇੱਕ ਤਾਂ ਮੈਂ ਏਦਾਂ ਕਰਦਾ ਵੀ ਜਿਵੇਂ ਕਈ ਆਰਜੀ ਤੌਰ ਤੇ ਇੱਥੇ ਕੈਨੇਡਾ ਕੈਲਗਰੀ ਆਉਂਦੇ ਨੇ, ਉਹ ਮੈਨੂੰ ਆ ਕੇ ਕਹਿ ਦਿੰਦੇ ਨੇ ਵੀ ਕਿਤਾਬਾਂ ਅਸੀਂ ਮੁੱਲ ਨਹੀਂ ਖਰੀਦ ਸਕਦੇ, ਜਾਂ ਕੋਈ ਸਟੂਡੈਂਟ ਨੇ ਨਵੇਂ, ਅਜੇ ਉਹ ਕੰਮ ਨਹੀਂ ਕਰਦੇ, ਖਰਚਾ ਉਹਨਾਂ ਕੋਲੇ ਪ੍ਰੋਬਲਮ ਆ ਆਰਥਿਕ ਤੌਰ ਤੇ, ਤਾਂ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਕਿਤਾਬਾਂ 5, 7, 10 ਲੈ ਜਾਓ, ਪੜ੍ਹ ਕੇ ਮਹੀਨੇ ਬਾਅਦ ਮੋੜ ਦੋ, ਦੂਜੀਆਂ ਲੈ ਜਾਓ। ਠੀਕ ਹੈ ਠੀਕ ਹੈ। ਇਸ ਤਰ੍ਹਾਂ ਦੀ ਤਾਂ ਮੇਰੇ ਕੋਲੇ ਜਿੰਨੀ ਕੁ ਗੁੰਜਾਇਸ਼ ਆ ਮੈਂ ਇੰਨਾ ਕੁ ਕਰਦਾ। ਇਹ ਵੀ ਬਹੁਤ ਵੱਡੀ ਗੱਲ ਹੈ ਜੀ। ਹਾਂ, ਇਹ ਬਹੁਤ ਸਾਰੇ ਹੁਣ ਮਾਸਟਰ ਪੰਜਾਬ ਤੋਂ ਰਿਟਾਇਰ ਹੋਏ ਹੋਏ ਨੇ, ਉਹ ਬੇਸ਼ਤਰ ਇੱਥੇ ਆਉਂਦੇ ਆ, ਜਾਣੀ 3-4 ਨੇ ਮੇਰੇ ਕੋਲ ਇੱਥੇ, ਤੇ ਉਹ ਮੇਰੇ ਤੋਂ ਘੱਟੋ ਘੱਟ ਕਦੇ 12, ਕਦੇ 13, 10 ਕਿਤਾਬਾਂ ਲੈ ਜਾਂਦੇ ਨੇ। 20 ਦਿਨਾਂ ਬਾਅਦ ਪੜ੍ਹ ਕੇ ਮਹੀਨੇ ਬਾਅਦ ਉਹ ਸਾਰੀਆਂ ਮੋੜ ਜਾਂਦੇ ਨੇ, ਹੋਰ ਲੈ ਜਾਂਦੇ ਨੇ। ਇਵੇਂ ਜੇ ਕੋਈ ਸਟੂਡੈਂਟ ਨੇ, ਮੈਂ ਉਹਨਾਂ ਨੂੰ ਕਹਿਣਾ ਵੀ ਭਾਈ ਤੁਸੀਂ ਕਿਤਾਬਾਂ ਐ ਲੈ ਜਾਓ, ਆਪਾਂ ਨੂੰ ਕੋਈ ਵੇਚਣ ਵਾਲੀ ਗੱਲ ਨਹੀਂ, ਆਪਾਂ ਤਾਂ ਕੋਈ ਐ ਤਾਂ ਹੈ ਨਹੀਂ ਵੀ ਆਪਣਾ ਵਪਾਰ ਆ ਜਾਂ ਕਿੱਦਾਂ। ਇਸ ਕਰਕੇ
ਕਰਕੇ ਆਪਣਾ ਇਹ ਮਨ ਚ ਤਾਂ ਇਹ ਹੈਗਾ ਵੀ ਵੱਧ ਤੋਂ ਵੱਧ ਜਿਹੜੇ ਲੋਕ ਨੇ ਉਹ ਬੁੱਕ ਕਲਚਰ ਦੇ ਨਾਲ ਜੁੜਨ ਵੱਧ ਬਿਲਕੁਲ ਠੀਕ ਵੱਧ ਤੋਂ ਵੱਧ ਪੜ੍ਹਨ, ਇਹ ਆਪਣਾ ਬੇਸਿਕ ਪਰਪਸ। ਬਹੁਤ ਵਧੀਆ ਜੀ ਮਾਸਟਰ ਭਜਨ ਜੀ, ਤੁਸੀਂ ਸਮਾਂ ਕੱਢਿਆ ਹੈਗਾ ਔਰ ਸਾਡੇ ਨਾਲ ਜੁੜੇ ਹੋ। ਇਹ ਪ੍ਰੋਗਰਾਮ ਰੇਡੀਓ ਤੇ ਵਾਇਸ ਆਫ ਇੰਡੀਆ ਔਰ ਫੇਸਬੁੱਕ ਤੇ ਨਾਲ ਦੀ ਨਾਲ YouTube ਤੇ ਵਾਇਸ ਆਫ ਇੰਡੀਆ ਮੀਡੀਆ YouTube ਚੈਨਲ ਤੇ ਸਾਡੇ ਦਰਸ਼ਕਾਂ ਨੇ ਦੇਖਣਾ, ਸਰੋਤਿਆਂ ਨੇ ਸੁਣਨਾ। ਤੁਸੀਂ ਸਮਾਂ ਕੱਢਿਆ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।